इस वेले ईमान सिंह मान जुड़े ने, सिमरनजीत सिंह मान दे बेटे ने। ईमान जी, स्वागत है न्यूज़ 18 पंजाब दे उत्ते। वाहे खालसा वाहे जी फतेह। पहला तो ये जानना चाहांगे कि की चल पे ने सिमरनजीत सिंह मान पार्लीमेंट दे लई अज सौं चुकणगे? ਤੁਸੀਂ ਚੈੱਕ ਨਹੀਂ ਕੀਤਾ, ਮੈਂ ਉਹਨਾਂ ਦੇ ਨਾਲ ਨਹੀਂ ਹੈ ਜੀ, ਮੈਂ ਇੱਧਰ ਜੀ ਅੰਮ੍ਰਿਤਸਰ ਸਾਹਿਬ ਹੈਗਾ जी। ਹਾਂਜੀ। ईमान जी, साडी जानकारी के मुताबिक दिल्ली पहुंच गए ने। ये जानना चाहांगे, तुसी पिछले दिनी न्यूज़ 18 पंजाब दे उत्ते भी जिक्र कीता सी कि किरपान लैके जाणगे, तां उसनूं लैके हालांकि पहला 90s ਦੀ ਜਦੋਂ ਗੱਲ ਹੈ ਉਦੋਂ ਕੁਝ ਮਨਜ਼ੂਰੀ ਵੀ ਮਿਲੀ ਸੀ, ਤਾਂ ਉਸ ਨੂੰ ਲੈ ਕੇ ਅੱਜ ਦੀ ਸਥਿਤੀ ਕੀ ਹੈ? ਅੱਜ ਕਿਰਪਾਨ ਲੈ ਕੇ ਜਾਣਗੇ? ਜਿਹੜਾ ਆਰਟੀਕਲ 25 ਕਨਸਟੀਟਿਊਸ਼ਨ ਦਾ ਹੈਗਾ ਉਹ ਸਪਸ਼ਟ ਰੂਪ 'ਚ ਕਹਿੰਦੇ ਆ ਸਿੱਖਸ ਆ ਅਲਾਉਡ ਟੂ ਵੇਅਰ, ਜਿਹੜਾ ਅਸੀਂ ਗਾਤਰੇ ਸਮੇਤ ਪਾਉਂਦੇ ਹੈਗੇ ਆ ਜੀ ਛੋਟੀ ਸ੍ਰੀ ਸਾਹਿਬ ਐਂਡ ਮਤਲਬ ਨਾਲ ਕੈਰੀ ਦਾ ਮਤਲਬ ਹੱਥ 'ਚ ਜਿਹੜੇ ਵੱਡੇ ਸ੍ਰੀ ਸਾਹਿਬ ਹੈਗੇ ਆ। ਇਹੀ ਗੱਲ ਉਹਨਾਂ ਨੇ ਜਦ ਪਹਿਲੀ ਵਾਰੀ 99 'ਚ ਗਏ ਸੀਗੇ, ਉਹਨਾਂ ਨੇ ਉੱਥੇ ਯਤਨ ਕੀਤਾ ਸੀਗਾ ਕਿ ਉਹ ਆਪਣਾ ਸੰਵਿਧਾਨਕ ਹੱਕ ਵਰਤਣ, ਜਿਸ ਨੂੰ ਡਿਨਾਈ ਕੀਤਾ ਗਿਆ ਸੀਗਾ। ਉਸ ਤੋਂ ਉਪਰੰਤ ਜਦ ਸੰਗਰੂਰ ਤੋਂ ਜਿੱਤੇ ਸੀਗੇ, ਉਹਨਾਂ ਨੇ ਅਕਾਲ ਤਖਤ ਤੇ ਜਥੇਦਾਰ ਸਾਹਿਬ ਨੂੰ ਪੁੱਛਿਆ ਕਿ ਮੈਂ ਬਿਨਾਂ ਸ੍ਰੀ ਸਾਹਿਬ ਤੋਂ ਜਾ ਸਕਦਾ, ਤੇ ਉਹਨਾਂ ਨੇ ਆਗਿਆ ਦਿੱਤੀ ਸੀਗੀ। ਅੱਜ ਫੇਰ ਉਹ ਟਰਾਈ ਕਰਨਗੇ ਕਿ ਜੇ ਪਾਰਲੀਮੈਂਟ ਅਲਾਉ ਕਰਦੀ ਹੈ ਤਾਂ ਉਹ ਆਪਣਾ ਸੰਵਿਧਾਨਕ ਹੱਕ ਵਰਤਣ ਦਾ ਯਤਨ ਕਰਨਗੇ। ਜੇ ਨਹੀਂ ਅਲਾਉ ਕਰਦੀ ਹੈਗੀ ਤਾਂ ਅਕਾਲ ਤਖਤ ਤੇ ਜਥੇਦਾਰ ਨੇ ਪਹਿਲਾਂ ਹੀ ਇਹਦੇ ਉੱਤੇ ਆਪਣਾ ਹੁਕਮਨਾਮਾ ਜਾਰੀ ਕੀਤਾ ਹੋਇਆ। ਜੇ ਅਲਾਉ ਨਹੀਂ ਕੀਤਾ ਜਾਂਦਾ ਤਾਂ ਪਾਰਲੀਮੈਂਟ ਤਾਂ ਜਾਣਗੇ ਹੀ। ਤੁਸੀਂ ਇਹ ਕਹਿ ਰਹੇ ਹੋ ਕਿ ਗਾਤਰਾ ਅਲਾਉਡ ਹੈ? ਜੀ ਉਹ ਹਾਂਜੀ, ਗਾਤਰੇ ਸਮੇਤ ਵੇਅਰ ਮਤਲਬ ਪਹਿਨਣਾ, ਕਿਰਪਾਨ ਜਿਵੇਂ ਪਾਈ ਦੀ ਹੈ ਸਮੇਤ ਗਾਤਰੇ ਐਂਡ ਕੈਰੀ, ਠੀਕ ਹੈ ਨਾ ਜੀ। ਕੱਲੀ ਇੱਕ ਕਿਰਪਾਨ ਨਹੀਂ, ਐਂਡ ਦਾ ਮਤਲਬ ਨਾਲ, ਕੈਰੀ ਦਾ ਮਤਲਬ ਹੋਇਆ ਕਿ ਹੱਥ 'ਚ ਫੜ ਕੇ ਲੈ ਕੇ ਜਾਣਾ, ਕੈਰੀ ਕਰਨਾ, ਤੇ ਉਹ ਵੱਡੀ ਕਿਰਪਾਨ ਹੁੰਦੀ ਹੈ। ਜੀ ਜੀ ईमान जी, इसे दे नाल काफ़ी विवाद भी जुड़ गए ने हुण सिमरनजीत सिंह मान दे नाल, क्योंकि बहुत लंबे समय तो बाद जित भी हासिल की है, सारे लोग हुण उन्हां नूं सुणदे भी ने। लेकिन इस विचाले जो बयान आया, जिस ते तुसीं चर्चा भी कीती, शहीद भगत सिंह नूं लैके जो बयान आया, उस दे उत्ते स्पष्ट चाहांगे कि उस दे उत्ते की स्टैंड रखदी है श्रोमणी अकाली दल अमृतसर, या फिर सिमरनजीत सिंह मान की स्टैंड रखते हैं? किस पक्षों जी? शहीद भगत सिंह नूं जी अतवादी कहते, क्योंकि बहुत चर्चा इस वेले चल रही है, सोशल मीडिया ते भी जिक्र करिए तो बहुत चर्चा इस दे उत्ते चल रही है। शहीद भगत सिंह जी दे ਜਿਹੜੇ ਉਹਨਾਂ ਨੇ ਕੰਮ ਕੀਤੇ ਹੈ, ਉਹ ਉਸ ਸਮੇਂ ਜਦ ਸਕਾਟ ਇੱਕ ਐਸਪੀ ਜਿਹਨੇ ਲਾਠੀ ਚਾਰਜ ਕਰਾਇਆ ਸੀ ਗੈਦਰਿੰਗ ਦੇ ਉੱਤੇ, ਜਿਹਦੇ ਵਿੱਚ ਲਾਲਾ ਲਾਜਪਤ ਰਾਏ ਸੀਗੇ। ਲਾਲਾ ਲਾਜਪਤ ਰਾਏ ਹਾਰਟ ਦੇ ਪਹਿਲਾਂ ਵੀ ਫਲੂਰਸੀ ਦੇ ਪੇਸ਼ੈਂਟ ਸੀਗੇ, ਔਰ ਉਹਨਾਂ ਨੂੰ ਉਸ ਗੈਦਰਿੰਗ ਚੋਂ ਜਿਹੜੀ ਸਟ੍ਰੇਨ ਹੋਈ, ਜਿਹੜੀ ਲਾਠੀ ਚਾਰਜ ਹੋਇਆ, ਜਿਹੜਾ ਹਮਲਾ ਹੋਇਆ, ਉਹਦੇ ਵਿੱਚ ਜਿਹੜਾ ਉਹਨਾਂ ਦੇ ਸਰੀਰ ਨੂੰ ਨੁਕਸਾਨ ਹੋਇਆ, ਉਹ ਹਸਪਤਾਲ 'ਚ ਦਾਖਲ ਕੀਤੇ ਗਏ। ਔਰ ਉਸ ਦੌਰਾਨ 6 ਦਿਨ 7 ਦਿਨ ਜਿੰਨਾ ਇਤਿਹਾਸ ਦੱਸਦਾ, ਤੁਸੀਂ ਆਨਲਾਈਨ ਦੇਖ ਸਕਦੇ ਹੋ, ਉਹਨਾਂ ਦਾ ਬਹੁਤ ਦੁਖਨਾਇਕ ਦੇਹਾਂਤ ਹੋ ਗਿਆ ਜੀ। ਔਰ ਸਰ ਭਗਤ ਸਿੰਘ ਹੋਣਾ ਨੇ ਸਪਾਟ ਜਿਹੜਾ ਐਸਪੀ ਸੀ ਉਹਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨੂੰ ਟਾਰਗੇਟ ਕੀਤਾ, ਔਰ ਜਿਹੜਾ ਉਹਨਾਂ ਦੇ ਉੱਤੇ ਜਾ ਕੇ ਹਮਲਾ ਕੀਤਾ, ਰਾਜਗੁਰੂ ਜੀ ਨੇ ਗੋਲੀ ਮਾਰੀ ਪਹਿਲਾਂ ਇੱਕ ਗੋਰੇ ਅਫਸਰ ਨੂੰ ਬਾਹਰ ਨਿਕਲਦੇ ਹੋਏ। ਉਹਨੂੰ ਸਮਝਦੇ ਸੀਗੇ ਕਿ ਇਹ ਸਕਾਟ ਹੈਗਾ। ਜਦ ਭਗਤ ਸਿੰਘ ਜੀ ਨੇ ਪਿਸਟਲ ਲੈ ਕੇ ਉਹਨਾਂ ਦੇ ਨੇੜੇ ਹੋ ਕੇ ਗੋਲੀਆਂ ਮਾਰੀਆਂ, ਉਹ ਨਿਕਲਿਆ ਸੌਂਡਰਸ। ਜਿਹੜੇ ਪੋਸਟਰ ਛਪਾਏ ਹੋਏ ਸੀਗੇ, ਸੌਂਡਰਸ ਇੱਕ ਨਵਾਂ ਭਰਤੀ ਹੋਇਆ ਅਫਸਰ ਸੀਗਾ, ASP ਸੀ, ਉਹਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਸੀ। ਔਰ ਉਸ ਤੋਂ ਉਪਰੰਤ ਜਿਹੜਾ ਉਹਦੇ ਨਾਲ ਪੁਲਿਸਮੈਨ ਸੀਗਾ ਇੱਕ ਗੁਰਸਿੱਖ ਚੰਨਣ ਸਿੰਘ, ਉਹਨੂੰ ਵੀ ਜਾਨੋਂ ਮਾਰਤਾ।
ਸਰ ਤੁਸੀਂ ਇਸ ਕੇਸ ਦੀਆਂ ਡਿਟੇਲਸ ਪੜ੍ਹੀਆਂ ਨੇ? ਹਾਂਜੀ, ਤੁਸੀਂ ਇਸ ਕੇਸ ਦੀਆਂ ਡਿਟੇਲਸ ਪੜ੍ਹੀਆਂ ਨੇ? ਜੋ ਗਵਾਹੀਆਂ ਹੋਈਆਂ ਨੇ ਉਸ ਦੇ ਮੁਤਾਬਕ ਜੈ ਗੋਪਾਲ ਨੇ ਇਸ਼ਾਰਾ ਕਰਨਾ ਸੀ, ਜੈ ਗੋਪਾਲ ਨੇ ਇਸ਼ਾਰਾ ਕਰਨਾ ਸੀ ਜਦੋਂ ਸਕਾਟ ਨੇ ਬਾਹਰ ਆਉਣਾ ਸੀ। ਜੈ ਗੋਪਾਲ ਨੇ ਦੇਖਿਆ, ਉਸਨੇ ਇਸ਼ਾਰਾ ਕਰ ਦਿੱਤਾ ਸਕਾਟ ਹੈਗਾ ਹੈ। ਉਹਨਾਂ ਨੂੰ ਸਮਝ ਆ ਗਿਆ ਕਿ ਸਕਾਟ ਨਹੀਂ ਹੈ, ਕੋਈ ਹੋਰ ਹੈ। ਰਾਜਗੁਰੂ ਫਿਰ ਵੀ ਗੋਲੀ ਚਲਾਉਂਦਾ ਹੈ, ਫਿਰ ਭਗਤ ਸਿੰਘ ਗੋਲੀਆਂ ਮਾਰਦੇ ਨੇ, ਫਿਰ ਉੱਥੋਂ ਭੱਜਦੇ ਨੇ। ਚੰਨਣ ਸਿੰਘ ਉਹਨਾਂ ਦੇ ਪਿੱਛੇ ਭੱਜਦਾ ਹੈ। ਜਿਹੜੇ ਆਜ਼ਾਦ ਸਨ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਸੀ ਕਿ ਉਹਨਾਂ ਦਾ ਪਿੱਛਾ ਨਾ ਕੀਤਾ ਜਾਵੇ। ਆਜ਼ਾਦ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ, ਜੋ ਡੀਟੇਲ ਇਸ ਕੇਸ ਦੀ ਹੈ ਜੀ। ਸੋ ਹੁਣ ਸਵਾਲ ਇਹ ਉੱਠਦਾ ਹੈ ਕਿ ਸਰ ਭਗਤ ਸਿੰਘ ਨੇ ਨੇੜੇ ਹੋ ਕੇ ਜਿਹੜੀ ਪਿਸਤੌਲ ਚਲਾਈ ਸੀ ਉਹ ਸਕਾਟ ਤਾਂ ਹੈ ਨਹੀਂ ਸੀਗਾ ਜੀ, ਤੇ ਉਹਨਾਂ ਨੇ ਸੌਂਡਰਸ ਜਿਹਦਾ ਇਸ ਪੱਖੋਂ ਕੋਈ ਕਸੂਰ ਨਹੀਂ ਸੀ ਕਿ ਉਹ ਲਾਠੀਚਾਰਜ 'ਚ ਸੀਗਾ, ਉਹਨੂੰ ਮਾਰਤਾ। ਹੁਣ ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ? ਜੇ ਆਪਾਂ ਦੂਜੇ ਪਾਸੇ ਦੇਖੀਏ, ਜਿਹੜੇ ਸੁਨਾਮ ਤੋਂ ਸਾਡੇ ਹੈਗੇ ਆ, ਉਹਨਾਂ ਨੇ ਜਨਰਲ ਡਾਇਰ ਜਿਹੜਾ ਇੱਕ ਬੁੱਚੜ ਸੀ, ਕਿਲਰ ਸੀਗਾ, ਜਿਹਨੇ ਮਨੁੱਖਤਾ ਦੇ ਬਹੁਤ ਬਰਖਲਾਫ ਗੋਲੀਆਂ ਚਲਾ ਕੇ ਬਹੁਤ ਸਾਰਿਆਂ ਦਾ ਕਤਲ ਕੀਤਾ, ਉਹਨੂੰ ਟਾਰਗੇਟ ਕਰਕੇ ਇੰਗਲੈਂਡ ਜਾ ਕੇ ਉਹਨਾਂ ਨੇ ਆਪਣਾ ਮਿਸ਼ਨ ਕੰਪਲੀਟ ਕੀਤਾ ਜੀ। ਫਿਰ ਆਪਾਂ ਦੇਖਦੇ ਹੈਗੇ ਆ ਕਿ ਸਰ ਭਗਤ ਸਿੰਘ ਅਨਾਰਕਿਸਟ ਸੀਗੇ। ਸਰ ਭਗਤ ਸਿੰਘ ਨਹੀਂ ਕਿਸੇ ਵੀ ਕਿਸੇ ਅਥਾਰਟੀ ਨੂੰ ਨਹੀਂ ਮੰਨਦੇ ਸੀਗੇ। ਉਹਨਾਂ ਦਾ ਅਨਾਰਕੀ ਦਾ ਜਿਹੜਾ ਸੋਚ ਸੀਗੀ, ਅੰਗਰੇਜ਼ਾਂ ਦੀ ਅਥਾਰਟੀ ਨੂੰ ਮੰਨਣਾ ਚਾਹੀਦਾ ਸੀ ਜੀ। ਨਹੀਂ। ਅਨਾਰਕੀ ਕਿਸੇ ਵੀ ਸਿਸਟਮ ਨੂੰ ਨਹੀਂ ਮੰਨਦੀ। ਅਨਾਰਕੀ ਹਮੇਸ਼ਾ ਜਿਹੜੀ ਵੀ ਹੁਕੂਮਤ ਆ ਉਹਦੇ ਬਰਖਲਾਫ ਹੁੰਦੀ ਹੈਗੀ ਹੈ। ਦੈਟ ਇਜ਼ ਵਾਟ ਐਨ ਅਨਾਰਕਿਸਟ ਇਜ਼। ਚਾਹੇ ਅੰਗਰੇਜ਼ ਹੋਏ, ਚਾਹੇ ਇਹ ਦੇਸ਼ ਹੋਏ, ਕੋਈ ਵੀ ਹੁਕੂਮਤ ਜਿਹੜੀ ਪਾਵਰ ਰੱਖਦੀ ਹੈ, ਅਨਾਰਕੀ ਸਟ੍ਰਾਈਵਸ ਐਂਡ ਰੈਵੋਲੂਸ਼ਨਾਈਜ਼ਸ ਅਗੇਂਸਟ ਦੈਟ। ਅੱਜ ਦੀ ਹੁਕੂਮਤ ਦੇ ਅਗੇਂਸਟ ਵੀ ਅਨਾਰਕਿਸਟ ਬਰਖਲਾਫ ਹੋਊਗਾ। ਇਹ ਉਹਨਾਂ ਦਾ ਫਲਸਫਾ ਸੀਗਾ, ਠੀਕ ਹੈ ਨਾ ਜੀ। ਹੁਣ ਜੇ ਇਹ ਫਲਸਫਾ ਹੈਗਾ, ਜਿਵੇਂ ਹੁਣ ਬਰਗਾੜੀ ਦੇ ਵਿੱਚ 2 ਨੌਜਵਾਨਾਂ ਨੂੰ ਪੁਲਿਸ ਨੇ ਗੋਲੀ ਤੇ ਮਾਰਿਆ, ਠੀਕ ਹੈ ਨਾ ਜੀ। 1984 ਚ ਕਤਲੇਆਮ ਸਿੱਖਾਂ ਦਾ ਸਟੇਟ ਨੇ ਖੁੱਲੇ ਤੇ ਸ਼ਰੇਆਮ ਕਰਾਇਆ, ਉੱਥੇ ਜਿੱਥੇ ਆਰਮੀ, ਨੇਵੀ, 에ਅਰਫੋਰਸ, BSF, ITBP, CRPF, CISF ਦੇ ਹੈੱਡਕੁਆਰਟਰਸ ਹੈ। 3 ਦਿਨ ਸ਼ਰੇਆਮ ਖੁੱਲੀ ਸਿੱਖਾਂ ਦਾ ਕਤਲੇਆਮ ਕਰਾਇਆ। ਹੁਣ ਮੈਨੂੰ ਦੱਸੋ, ਜਿਹੜੇ ਸਾਡੇ ਸਪੋਰਟਰ ਹੈ, ਜੇ ਮੈਂ ਉਹਨਾਂ ਨੂੰ ਸਰ ਭਗਤ ਸਿੰਘ ਦੇ ਲੀਹਾਂ ਤੇ ਤੋਰਾਂ, ਜਿੱਥੇ ਸਰ ਸਿਮਰਨਜੀਤ ਸਿੰਘ ਮਾਨ ਅੱਜ ਪਾਰਲੀਮੈਂਟ ਜਾ ਰਹੇ ਆ, ਪਾਰਲੀਮੈਂਟ ਉਹਨਾਂ ਨੂੰ ਸੁਵਿਧਾ ਨੇ ਖੱਤ ਨਹੀਂ ਵਰਤਣ ਦੇ ਰਿਹਾ, ਆਪਣੀ ਕਿਰਪਾਨ ਨਹੀਂ ਲੈ ਕੇ ਜਾ ਰਿਹਾ। ਸਰ ਭਗਤ ਸਿੰਘ ਨੇ ਜਾ ਕੇ ਪਾਰਲੀਮੈਂਟ 'ਚ ਬੰਬ ਸੁੱਟਦੇ ਸੀ, ਸੈਂਟਰਲ ਲੈਜਿਸਲੇਚਰ। ਉਹਨਾਂ ਦਾ ਲੀਫਲੇਟ ਮੇਰੇ ਕੋਲ ਹੈ, ਜੋ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਜਿਹੜਾ ਬੰਬ ਸੁੱਟਿਆ ਸੀ, ਉਹ ਵੀ ਬੰਬ ਉਹ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਸੀ। ਵਾਰਨਿੰਗ ਸ਼ਾਟਸ ਪਹਿਲਾਂ ਦਿੱਤੇ ਸੀ ਤਾਂ ਕਿ ਲੋਕ ਉੱਥੋਂ ਨਿਕਲ ਜਾਣ, ਤੇ ਨਾਲ ਉਹਨਾਂ ਨੇ ਇੱਕ ਲੀਫਲੇਟ ਸੁੱਟਿਆ ਸੀ ਜੀ। ਮੈਂ ਇਹ ਕਹਿ ਰਹੀ ਹਾਂ ਕਿ ਜਿਹੜੀਆਂ ਚੀਜ਼ਾਂ ਇਤਿਹਾਸ ਦੇ ਵਿੱਚ ਦਰਜ ਨੇ, ਉਹਨਾਂ ਨੂੰ ਆਪਾਂ ਤੋੜ ਮਰੋੜ ਕੇ ਪੇਸ਼ ਨਾ ਕਰੀਏ। ਮੈਂ ਤੋੜ ਮਰੋੜ ਕੁਛ ਨਹੀਂ ਕੀਤਾ ਜੀ। ਤੁਸੀਂ ਜੋ ਕਿਹਾ ਮੈਂ ਉਹਦੇ ਨਾਲ ਅਗਰੀ ਕਰ ਰਿਹਾ। ਜੇ ਇਹ ਸਰ ਭਗਤ ਸਿੰਘ ਦੀ ਸਿਖਲਾਈ ਹੈ, ਫਿਰ ਅੱਜ ਅਸੀਂ ਜਾ ਕੇ ਪਾਰਲੀਮੈਂਟ 'ਚ ਜੋ 1984 'ਚ ਕੀਤਾ ਹੈ, ਜੋ ਸਾਡਾ ਕਤਲੇਆਮ ਹੋਇਆ ਹੈ, ਜਿਹੜਾ KPS ਗਿੱਲ ਨੇ ਕੀਤਾ ਹੈ, ਅਸੀਂ ਬੰਬ ਸੁੱਟ ਦਈਏ, ਇਹ ਹੁਣ ਸਾਨੂੰ ਅਲਾਉਡ ਹੈ? ਤੁਸੀਂ ਦੋ ਵੱਖਰੀਆਂ ਚੀਜ਼ਾਂ ਨੂੰ ਇਕੁਏਟ ਕਰ ਰਹੇ ਹੋ। ਪਾਰਲੀਮੈਂਟ ਦੇ ਵਿੱਚ ਜੋ ਬੰਬ ਸੁੱਟਿਆ ਗਿਆ, ਉਸ ਦੇ ਨਾਲ ਜੋ ਲੀਫਲੇਟ ਸੁੱਟਿਆ ਗਿਆ, ਉੱਥੇ ਉਹਨਾਂ ਦੇ ਵੱਲੋਂ ਲੀਫਲੇਟ ਦੇ ਵਿੱਚ ਲਿਖਿਆ ਗਿਆ ਕਿ ਇਹ ਆਵਾਜ਼ ਸੁਣਾਉਣ ਦੇ ਲਈ, ਕੰਨ ਖੋਲਣ ਦੇ ਲਈ ਜ਼ਰੂਰੀ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਆਤਮ ਸਮਰਪਣ ਕੀਤਾ। ਇੱਕ ਵਾਰ ਗੱਲ ਸੁਣ ਲਓ। ਉਹਨਾਂ ਨੇ ਆਤਮ ਸਮਰਪਣ ਕੀਤਾ ਤੇ ਉਸ ਲੀਫਲੇਟ ਦੇ ਵਿੱਚ ਉਹ ਲਿਖਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਆਤਮ ਸਮਰਪਣ ਕੀਤਾ। ਆਤਮ ਸਮਰਪਣ ਕਰਕੇ ਉਹ ਕੋਰਟ ਨੂੰ ਇੱਕ ਸਟੇਜ ਦੀ ਤਰ੍ਹਾਂ ਵਰਤਣਾ ਚਾਹੁੰਦੇ ਸੀ, ਜਿੱਥੇ ਉਹਨਾਂ ਨੇ ਆਪਣੇ ਆਰਗੂਮੈਂਟਸ ਦਿੱਤੇ ਨੇ ਤਾਂ ਕਿ ਲੋਕ ਜਾਗਣ, ਲੋਕ ਵਿਰੋਧ ਕਰਨ ਅੰਗਰੇਜ਼ਾਂ ਦਾ। ਤੁਸੀਂ ਦੋ ਵੱਖਰੀਆਂ ਚੀਜ਼ਾਂ ਨੂੰ ਇਕੁਏਟ ਕਰ ਰਹੇ ਹੋ ਅੱਜ ਦੀ ਸਥਿਤੀ 'ਚ। 1984 ਦੇ ਵਾਕਿਏ ਨੂੰ ਲੈ ਕੇ ਬੰਬ ਪਾਰਲੀਮੈਂਟ 'ਚ ਸੁੱਟਣਾ ਵਿਰੋਧ ਦੇ ਤੌਰ ਤੇ, ਇਜ਼ ਦੈਟ ਅਲਾਉਡ? ਤੁਸੀਂ ਐਗਜ਼ਾਮਪਲ ਭਗਤ ਸਿੰਘ ਦੀ ਲੈ ਰਹੇ ਹੋ ਕਿਸੇ ਹੋਰ ਚੀਜ਼ ਦੇ ਲਈ? ਬਿਲਕੁਲ ਉਹੀ ਚੀਜ਼ ਲਈ। ਭਾਰਤ ਸਟੇਟ ਨੇ ਸਿੱਖਾਂ ਦਾ ਕਤਲੇਆਮ ਕੀਤਾ ਜਿਵੇਂ ਡਾਇਰ ਨੇ ਕੀਤਾ। ਭਾਰਤ ਸਟੇਟ ਨੇ ਗੋਲੀਆਂ ਚਲਾ ਕੇ ਸਾਨੂੰ ਮਰਵਾਇਆ, ਟਾਇਰ ਪਾ ਕੇ ਸਾੜਿਆ, ਸਾਡਾ ਕਤਲ, ਰੇਪ, ਸਭ ਕੁਝ ਕੀਤਾ। ਗੋਂਦ ਚਿੱਲਰ ਹਰਿਆਣੇ 'ਚ ਪੂਰਾ ਪਿੰਡ ਖਾਲੀ ਕਰਤਾ। ਲੋਕਾਂ ਨੂੰ ਫੈਕਟਰੀਆਂ ਦੇ ਵਿੱਚ, UP ਦੇ ਵਿੱਚ ਮਾਰ ਕੇ ਸੁੱਟਤਾ।
and there has been no justice since then. There has been no Karajkari which has righted this. So then, do I have the right under this state to protest in the same way as Sar Bhagat Singh did? ਜਿਹੜੇ ਬਰਗਾੜੀ ਦੇ ਵਿੱਚ ਪੁਲਸੀਆਂ ਨੇ ਨੌਜਵਾਨਾਂ ਨੂੰ ਮਾਰਿਆ ਬਿਕੋਜ਼ ਸਾਡੇ ਜਾਨਾਂ ਤੋਂ ਪਿਆਰੇ ਗੁਰੂ ਗ੍ਰੰਥ ਸਾਹਿਬ ਨੂੰ ਪਾੜਿਆ, ਸਾੜਿਆ, ਗੰਦੀਆਂ ਨਾਲੀਆਂ 'ਚ ਸੁੱਟਿਆ. ਡੂ ਆਈ ਹੈਵ ਦ ਰਾਈਟ ਟੂ ਗੋ ਐਂਡ ਕਿਲ ਪੁਲਿਸਮੈਨ? ਡੀਜੀਪੀ ਸਮੇਤ ਸੈਣੀ ਦਾ ਨਾਮ ਲੇਕਿਨ ਇਹਨਾਂ ਮਾਮਲਿਆਂ ਦੇ ਵਿੱਚ ਕਾਰਵਾਈ ਵੀ ਹੋ ਰਹੀ ਹੈ. ਜੇ ਕਾਰਵਾਈ ਹੋ ਰਹੀ ਹੈ ਤਾਂ ਮੈਨੂੰ ਬੀਬੀ ਜੀ 1984 ਤੋਂ ਅੱਜ ਤਾਈਂ ਦਿਖਾ ਦਿਓ ਕੀ ਹੋਇਆ. ਗ੍ਰਿਫਤਾਰੀਆਂ ਹੋਈਆਂ ਨੇ, ਸਜ਼ਾਵਾਂ ਵੀ ਮਿਲੀਆਂ ਨੇ. ਹਾਂ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਮਾਨ ਜੀ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਅਸੀਂ ਸਵਾਲ ਚੁੱਕ ਸਕਦੇ ਹਾਂ. ਮੈਂ ਮੰਨਦੀ ਹਾਂ ਤੁਹਾਡੀ ਗੱਲ ਜੀ. ਨੋ ਜਸਟਿਸ ਬਰਗਾੜੀ 'ਚ ਨਹੀਂ ਮਿਲੀ ਹੈਗੀ, 1984 'ਚ ਨਹੀਂ ਮਿਲੀ ਹੈਗੀ. ਸਰ ਜਸਵੰਤ ਸਿੰਘ ਖਾਲਰਾ ਨੇ ਜਿਹੜਾ ਐਕਸਪੋਜ਼ ਕੀਤਾ ਸੀਗਾ ਸਿੱਖ ਦੀਆਂ ਕਿਲਿੰਗ ਇਨ ਦੁਰਗਾਨਾ ਮੰਦਿਰ ਸ਼ਮਸ਼ਾਨ ਘਾਟ, ਉਹਦਾ ਹਜੇ ਤੱਕ there is no justice. ਉਹਨਾਂ ਦੀ killing ਦੀ there is no justice. In every way this has been suppressed, oppressed and denied. The situation is very much that of not getting justice and having freedom and voice. ठीक है ना जी? ਮੇਰਾ ਇੱਕ ਛੋਟਾ ਜਿਹਾ ਆਖਰੀ ਸਵਾਲ ਹੈ. ਤੁਸੀਂ ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ, ਤੁਸੀਂ 84 ਦਾ ਵੀ ਜ਼ਿਕਰ ਕੀਤਾ, ਬਰਗਾੜੀ ਦਾ ਵੀ ਜ਼ਿਕਰ ਕੀਤਾ, ਭਗਤ ਸਿੰਘ ਦਾ ਵੀ ਜ਼ਿਕਰ ਕੀਤਾ, ਲੇਕਿਨ ਫਿਰ ਤੁਸੀਂ ਆਪਣੇ ਹੀ ਜਿਹੜੇ ਵਿਚਾਰ ਪ੍ਰਗਟ ਕੀਤੇ ਨੇ, ਕੀ ਭਗਤ ਸਿੰਘ ਅੱਤਵਾਦੀ ਸੀ? ਫਿਰ ਵੀ ਇਹੀ ਕਹੋਗੇ? ਮੈਂ ਕਹਿੰਦਾ ਹੈ ਕਿ ਜੇ ਮੈਂ ਅੱਜ ਆਪਣੇ ਨੌਜਵਾਨ ਵੀਰਾਂ ਨੂੰ ਇਹ ਚੀਜ਼ ਬੇਨਤੀ ਕਰਾਂ, ਫੋਲੋ ਭਗਤ ਸਿੰਘ, ਹਾਊ ਵਿਲ ਦ ਸਟੇਟ ਰਿਐਕਟ? ਤੇ ਇਹ ਵੀ ਸਾਨੂੰ ਦੇਖਣਾ ਪੈਣਾ ਹੈਗਾ. ਜੇ ਮੇਰੇ ਨੌਜਵਾਨ ਵੀਰਾਂ ਨੂੰ ਜੇਲ੍ਹਾਂ 'ਚ ਸੁੱਟਣਗੇ, ਫਾਂਸੀ ਦੇ ਫੰਦਿਆਂ ਤੇ ਚੜਾਉਣਗੇ, ਜੇ ਉਹਨਾਂ ਨੂੰ ਜਾਨਲੇਵਾ ਇਹ ਕਰਨਾ ਚਾਹੀਦਾ ਕਰਨਗੇ, ਤਾਂ ਮੈਂ ਕਿਵੇਂ ਕਹਾਂ ਕਿ ਦਿਸ ਇਜ਼ ਦ ਰਾਈਟ ਐਗਜ਼ਾਮਪਲ ਟੂ ਫੋਲੋ? ਜਿਹੜੇ ਸਾਡੀ ਪਾਰਟੀ ਨੇ ਕੰਮ ਕੀਤਾ ਹੈ, ਦੈਟ ਹੈਜ਼ ਬੀਨ ਡਨ ਔਨ ਅ ਲਾਫੁਲ ਬੇਸਿਸ. ਅਸੀਂ ਪ੍ਰੋਟੈਸਟ ਕੀਤਾ ਹੈਗਾ, ਅਸੀਂ ਆਪਣੇ ਹਿਊਮਨ ਰਾਈਟਸ ਤੇ ਪਹਿਰਾ ਦਿੱਤਾ ਹੈਗਾ. ਵੀ ਯੂਜ਼ ਦ ਜੁਡੀਸ਼ੀਅਲ ਸਿਸਟਮ, ਵੀ ਯੂਜ਼ ਪ੍ਰੋਟੈਸਟ ਐਂਡ ਅਦਰ ਮੀਨਸ ਟੂ expose this. We have not followed the path of Sir Bhagat Singh. We have not gone around killing people. We have not gone around bombing legislative assemblies. We have used our democratic power to get elected and make the point over there. So I prefer my method. ठीक है ना जी? What you think of Sir Bhagat Singh is your business, but I will not tell any of our followers to follow that path. ਜੀ, ਮੈਨੂੰ ਲੱਗਦਾ ਕਿ ਇੰਟਾਇਰਟੀ ਦੇ ਵਿੱਚ ਦੇਖਣੀਆਂ ਚਾਹੀਦੀਆਂ ਨੇ ਚੀਜ਼ਾਂ. ਭਗਤ ਸਿੰਘ ਨੇ ਉਸ ਤੋਂ ਬਾਅਦ ਬੰਬ ਤੇ ਪਿਸਤੌਲ ਤੇ ਵੀ ਲਿਖਿਆ ਹੈ, ਮੈਨੂੰ ਲੱਗਦਾ ਉਹ ਵੀ ਦੇਖਣਾ ਚਾਹੀਦਾ ਹੈ ਕਿ ਵਿਚਾਰ ਕੀ ਪ੍ਰਗਟ ਕੀਤੇ ਗਏ ਨੇ ਫਿਲਹਾਲ ਦੇ ਲਈ. ਜੀ ਮੈਂ ਆਪਣੇ ਸੰਗਤ ਨੂੰ ਕਹੂੰਗਾ ਕਿ ਫੋਲੋ ਅ ਡੈਮੋਕ੍ਰੈਟਿਕ ਲਾਫੁਲ ਪਾਥ ਐਂਡ ਵੀ ਵਿਲ ਅਚੀਵ ਵਿਕਟਰੀ. ਆਈ ਡੋਂਟ ਸੁਜੈਸਟ ਕਿ ਜੀ ਠੀਕ ਹੈ. ਸ਼ੁਕਰੀਆ ਇਮਾਨ ਜੀ ਸਾਡੇ ਨਾਲ ਜੁੜਨ ਦੇ ਲਈ. ਇਮਾਨ ਸਿੰਘ ਮਾਨ, ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ, ਜੁੜੇ ਸੀ. ਤਾਂ ਅੱਜ ਸਹੁੰ ਚੁੱਕਣਗੇ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਨੇ ਕਿਹਾ ਕਿ ਉਹ ਵੱਡੀ ਕਿਰਪਾਨ ਲਿਜਾਣ ਦੀ ਕੋਸ਼ਿਸ਼ ਕਰਨਗੇ, ਜੋ ਕਿ ਸੰਵਿਧਾਨ ਉਹਨਾਂ ਨੂੰ ਅਲਾਉ ਕਰਦਾ ਹੈ. ਅਗਰ ਨਹੀਂ ਅਲਾਉ ਕੀਤਾ ਜਾਏਗਾ ਤਾਂ ਅਕਾਲ ਤਖਤ ਦੇ ਵੱਲੋਂ ਪਹਿਲਾਂ ਹੀ ਪਰਮਿਸ਼ਨ ਜਿਹੜਾ ਛੋਟੀ ਕਿਰਪਾਨ ਦੀ ਉਹ ਦਿੱਤੀ ਗਈ ਹੈ, ਛੋਟੀ ਸ਼੍ਰੀ ਸਾਹਿਬ ਦੀ, ਤਾਂ ਉਸ ਦੇ ਨਾਲ ਉਹ ਜਾ ਕੇ ਉੱਥੇ ਹਲਫ ਲੈਣਗੇ, ਮਸਲੇ ਚੁੱਕਣਗੇ ਲੋਕਾਂ ਦੇ. ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ. ਮੈਨੂੰ ਦਿਓ ਇਜਾਜ਼ਤ. ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਜਾਰੀ ਰਹੇਗਾ.